ਗੁੱਡ ਮਾਰਨਿੰਗ ਪਿਆਰੇ ਬੱਚਿਓ, ਮੈਂ ਹਾਂ ਸੰਤੋਖ ਸਿੰਘ ਅਤੇ ਤੁਹਾਡਾ ਮੇਰੇ YouTube ਚੈਨਲ ਜਪਜੀ ਇਨਫੋਟੈਕ ਤੇ ਸਵਾਗਤ ਹੈ। ਕੰਪਿਊਟਰ ਵਿਸ਼ੇ ਨਾਲ ਸੰਬੰਧਿਤ ਨਵੀਆਂ ਐਜੂਕੇਸ਼ਨ ਵੀਡੀਓ ਵੇਖਣ ਲਈ ਮੇਰੇ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਕੰਪਿਊਟਰ ਵਿਸ਼ੇ ਨਾਲ ਸੰਬੰਧਿਤ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਬੱਚਿਓ, ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 6ਵੀਂ ਪਾਠ ਪਹਿਲਾ ਕੰਪਿਊਟਰ ਨਾਲ ਜਾਣ ਪਛਾਣ ਬਾਰੇ ਪੜਾਂਗੇ। ਇਸ ਪਾਠ ਵਿੱਚ ਜਿਹੜੇ ਟੌਪਿਕ ਅਸੀਂ ਪੜਾਂਗੇ ਉਹਨਾਂ ਬਾਰੇ ਪਹਿਲਾਂ ਜਾਣ ਲੈਂਦੇ ਹਾਂ। ਇਸ ਦਾ ਪਹਿਲਾ ਟੌਪਿਕ ਹੈ ਕੰਪਿਊਟਰ ਕੀ ਹੈ, ਕੰਪਿਊਟਰ ਦੀ ਪਰਿਭਾਸ਼ਾ ਕੀ ਹੈ, ਅਸੀਂ ਕੰਪਿਊਟਰ ਤੇ ਕੀ ਕਰ ਸਕਦੇ ਹਾਂ, ਕੰਪਿਊਟਰ ਦੀ ਵਰਤੋਂ ਕਿਹੜੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ, ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਕੀ ਹਨ ਤੇ ਕੰਪਿਊਟਰ ਦੀਆਂ ਸੀਮਾਵਾਂ ਕੀ ਹਨ। ਉਸ ਤੋਂ ਬਾਅਦ ਅਸੀਂ ਜਾਣਾਂਗੇ ਕੰਪਿਊਟਰ ਸ਼ਬਦ ਦੀ ਕੀ ਮਹੱਤਤਾ ਹੈ ਅਤੇ ਇਸ ਦਾ ਕੀ ਅਰਥ ਹੈ। ਕੰਪਿਊਟਰ ਸ਼ਬਦ ਲੈਟਿਨ ਭਾਸ਼ਾ ਦੇ ਕੰਪਿਊਟ ਸ਼ਬਦ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਗਣਨਾਵਾਂ ਕਰਨਾ। ਆਮ ਬੋਲਚਾਲ ਦੀ ਭਾਸ਼ਾ ਵਿੱਚ ਇਸ ਨੂੰ ਇੱਕ ਕੈਲਕੂਲੇਟਿੰਗ ਯੰਤਰ ਵੀ ਕਿਹਾ ਜਾਂਦਾ ਹੈ, ਜੋ ਅਰਥਮੈਟਿਕ ਅਤੇ ਲੌਜੀਕਲ ਆਪਰੇਸ਼ਨ ਨੂੰ ਤੇਜ਼ੀ ਨਾਲ ਕਰ ਸਕਦਾ ਹੈ। ਪਰ ਅੱਜ ਦੇ ਯੁੱਗ ਵਿੱਚ ਇਸ ਦੀ ਪਰਿਭਾਸ਼ਾ ਹੀ ਬਦਲ ਗਈ ਹੈ, ਕਿਉਂਕਿ ਹੁਣ ਕੰਪਿਊਟਰ ਦੀ ਵਰਤੋਂ ਸਿਰਫ ਗਣਨਾਵਾਂ ਕਰਨ ਲਈ ਹੀ ਨਹੀਂ, ਬਲਕਿ ਇਸ ਦੀ ਵਰਤੋਂ ਮਿਊਜ਼ਿਕ, ਗ੍ਰਾਫਿਕ, ਇੰਟਰਨੈਟ ਆਦਿ ਕਈ ਖੇਤਰਾਂ ਵਿੱਚ ਵੀ ਹੋ ਰਹੀ ਹੈ। ਅੱਗੇ ਅਸੀਂ ਜਾਣਾਂਗੇ ਕੰਪਿਊਟਰ ਜਿਹੜਾ ਸ਼ਬਦ ਹੈ ਉਸ ਦਾ ਕੀ ਅਰਥ ਹੈ। ਕੰਪਿਊਟਰ ਸ਼ਬਦ ਅੰਗਰੇਜ਼ੀ ਦੇ 8 ਅੱਖਰਾਂ ਤੋਂ ਮਿਲ ਕੇ ਬਣਿਆ ਹੈ, ਜੋ ਇਸ ਦੇ ਅਰਥ ਨੂੰ ਹੋਰ ਵੀ ਮਹੱਤਵਪੂਰਨ ਜਾਂ ਅਰਥਪੂਰਨ ਬਣਾ ਦਿੰਦੇ ਹਨ। ਜਿਵੇਂ ਸੀ ਦਾ ਪੂਰਾ ਨਾਮ ਹੈ ਕਾਮਨਲੀ, O ਤੋਂ ਆਪਰੇਟਡ, M ਤੋਂ ਮਸ਼ੀਨ, P ਤੋਂ ਪਾਰਟੀਕੂਲਰਲੀ, U ਤੋਂ ਯੂਜ਼ਡ ਫॉर, T ਤੋਂ ਟੈਕਨੀਕਲੀ, E ਤੋਂ ਐਜੂਕੇਸ਼ਨ ਐਂਡ R ਤੋਂ ਰਿਸਰਚ। ਕੰਪਿਊਟਰ ਸ਼ਬਦ, ਇਸ ਵਿੱਚ ਕੰਪਿਊਟਰ ਸ਼ਬਦ ਤੋਂ ਭਾਵ ਹੈ ਇਹ ਇੱਕ ਐਸੇ ਯੰਤਰ ਤੋਂ ਹੈ ਜਿਸ ਦੀ ਵਰਤੋਂ ਗਣਨਾਵਾਂ ਕਰਨ, ਪ੍ਰਕਿਰਿਆ ਕਰਨ, ਸ਼ੋਧ ਕਰਨ ਵਰਗੇ ਕੰਮਾਂ ਵਿੱਚ ਕੀਤੀ ਜਾਂਦੀ ਹੈ। ਹੁਣ ਅੱਗੇ ਅਸੀਂ ਪੜਾਂਗੇ ਕੰਪਿਊਟਰ ਕੀ ਹੈ। ਜਿਵੇਂ ਕਿ ਅਸੀਂ ਹੁਣ ਤੱਕ ਪੜ੍ਹਿਆ ਹੈ, ਕੰਪਿਊਟਰ ਇੱਕ ਗਣਨਾਵਾਂ ਕਰਨ ਵਾਲੀ ਯੰਤਰ ਹੈ। ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ। ਇਸ ਨੂੰ ਸੂਚਨਾ ਨਾਲ ਕੰਮ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਯੂਜ਼ਰ ਤੋਂ ਡਾਟਾ ਅਤੇ ਹਦਾਇਤਾਂ ਪ੍ਰਾਪਤ ਕਰਦਾ ਹੈ। ਕੰਪਿਊਟਰ ਨੂੰ ਹਦਾਇਤਾਂ ਅਤੇ ਡਾਟਾ ਦੇਣ ਦੀ ਪ੍ਰਕਿਰਿਆ ਨੂੰ ਇਨਪੁਟ ਕਿਹਾ ਜਾਂਦਾ ਹੈ। ਇਨਪੁਟ ਦੇਣ ਦਾ ਜ਼ਰੀਆ ਸਾਡੇ ਕੋਲ ਹੋਏਗਾ ਕੀਬੋਰਡ ਜਾਂ ਮਾਊਸ। ਇਹਨਾਂ ਦੋਵੇਂ ਇਨਪੁਟ ਯੰਤਰਾਂ ਰਾਹੀਂ ਅਸੀਂ ਕੰਪਿਊਟਰ ਤੱਕ ਆਪਣੀ ਜਿਹੜੀ ਇਨਪੁਟ ਹੈ ਉਹ ਪਹੁੰਚਾ ਸਕਦੇ ਹਾਂ। ਉਸ ਤੋਂ ਬਾਅਦ ਕੰਪਿਊਟਰ ਇਸ ਇਨਪੁਟ ਨੂੰ ਜਾਂ ਇਸ ਪ੍ਰਾਪਤ ਕੀਤੀ ਗਈ ਇਨਪੁਟ ਨੂੰ ਪ੍ਰੋਸੈਸ ਕਰਦਾ ਹੈ। ਪ੍ਰੋਸੈਸ ਤੋਂ ਭਾਵ ਹੈ ਪ੍ਰਕਿਰਿਆਵਾਂ ਕਰਨਾ। ਉਹ ਆਪਣੀ ਮੈਮਰੀ ਵਿੱਚ ਲੱਭਦਾ ਹੈ ਕਿ ਜੋ ਯੂਜ਼ਰ ਵੱਲੋਂ ਡਾਟਾ ਜਾਂ ਇਨਪੁਟ ਆ ਰਹੀ ਹੈ ਉਸ ਦੇ ਨਾਲ ਕੀ ਕਰਨਾ ਹੈ। ਪ੍ਰੋਸੈਸਿੰਗ ਤੋਂ ਬਾਅਦ ਕੰਪਿਊਟਰ ਸਾਨੂੰ ਨਤੀਜਾ ਦਿੰਦਾ ਹੈ, ਜਿਸ ਨੂੰ ਆਉਟਪੁੱਟ ਕਿਹਾ ਜਾਂਦਾ ਹੈ। ਅੱਗੇ ਅਸੀਂ ਹੁਣ ਪੜਾਂਗੇ ਕੰਪਿਊਟਰ ਦੀ ਪਰਿਭਾਸ਼ਾ ਕੀ ਹੈ। ਜਿਵੇਂ ਕਿ ਹੁਣ ਤੱਕ ਅਸੀਂ ਪੜ੍ਹ ਚੁੱਕੇ ਹਾਂ, ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਜੋ ਕਿ ਇਨਪੁਟ ਦੇ ਤੌਰ ਤੇ ਯੂਜ਼ਰ ਯਾਨੀ ਕਿ ਅਸੀਂ ਜੋ ਉਸ ਦੀ ਵਰਤੋਂ ਕਰ ਰਿਹਾ ਯੂਜ਼ਰ ਤੋਂ ਡਾਟਾ ਪ੍ਰਾਪਤ ਕਰਦੀ ਹੈ ਅਤੇ ਇਸ ਇਨਪੁਟ ਕੀਤੇ ਡਾਟਾ ਨੂੰ ਹਦਾਇਤਾਂ ਦੀ ਲੜੀ ਅਨੁਸਾਰ, ਜਿਸ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ, ਪ੍ਰੋਸੈਸ ਕਰਦਾ ਹੈ। ਪ੍ਰੋਸੈਸ ਕਰਨ ਤੋਂ ਬਾਅਦ ਉਸ ਦਾ ਜੋ ਨਤੀਜਾ ਜਾਂ ਆਉਟਪੁੱਟ ਆਉਂਦਾ ਹੈ, ਇਹ ਆਉਟਪੁੱਟ ਨੂੰ ਭਵਿੱਖ 'ਚ ਸੰਭਾਲਣ ਲਈ ਉਹ ਆਪਣੀ ਯਾਦਾਸ਼ਤ ਵਿੱਚ ਸਾਂਭ ਕੇ ਰੱਖ ਲੈਂਦਾ ਹੈ। ਇਹ ਨੂਮੈਰੀਕਲ ਅਤੇ ਨੌਨ ਨੂਮੈਰੀਕਲ ਗਣਨਾਵਾਂ ਨੂੰ ਪ੍ਰੋਸੈਸ ਕਰ ਸਕਦਾ ਹੈ। ਇੱਥੇ ਨੂਮੈਰੀਕਲ ਤੋਂ ਭਾਵ ਹੈ ਉਹ ਸੰਖਿਆਵਾਂ ਜਿਹੜੀਆਂ 0 ਤੋਂ ਲੈ ਕੇ 9 ਦੇ ਅੰਕਾਂ ਨੂੰ ਮਿਲਾ ਕੇ ਬਣਦੀ ਹੈ। ਜਿਵੇਂ ਕਿ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕ ਜਾਂ ਰੋਲ ਨੰਬਰ, ਇਹਨਾਂ ਨੂੰ ਆਪਾਂ ਨੂਮੈਰਿਕ ਸੰਖਿਆਵਾਂ ਕਹਿੰਦੇ ਹਾਂ। ਨੌਨ ਨੂਮੈਰਿਕ ਗਣਨਾਵਾਂ ਵਿੱਚ ਅੰਕ, ਅੱਖਰ ਅਤੇ ਵਿਸ਼ੇਸ਼ ਤਰ੍ਹਾਂ ਦੇ ਚਿੰਨ੍ਹ ਸਾਰੇ ਸ਼ਾਮਲ ਹੁੰਦੇ ਹਨ, ਜਿਵੇਂ ਕਰਮਚਾਰੀਆਂ ਦਾ ਪਤਾ, ਪੈਨ ਕਾਰਡ ਨੰਬਰ ਆਦਿ। ਇਹ ਸਾਰੇ ਨੌਨ ਨੂਮੈਰੀਕਲ ਗਣਨਾਵਾਂ ਹੁੰਦੀਆਂ ਹਨ।
ਅੱਗੇ ਅਸੀਂ ਪੜਾਂਗੇ ਕੰਪਿਊਟਰ ਦੇ 4 ਮੁੱਖ ਕੰਮ ਕਿਹੜੇ ਹਨ। ਪਹਿਲਾ ਹੈ ਇਨਪੁਟ। ਕੰਪਿਊਟਰ ਨੂੰ ਭੇਜੀ ਜਾਣ ਵਾਲੀ ਕਮਾਂਡ ਜਾਂ ਡਾਟਾ ਨੂੰ ਇਨਪੁਟ ਕਿਹਾ ਜਾਂਦਾ ਹੈ। ਇਨਪੁਟ ਲੈਣ ਦੇ ਸਾਡੇ ਕੋਲ ਵੱਖ-ਵੱਖ ਜ਼ਰੀਏ ਹੈ, ਮਾਊਸ, ਕੀਬੋਰਡ, ਸਕੈਨਰ, ਜੋਇਸਟਿਕ, ਮਾਈਕ ਜਾਂ ਵੈਬਕੈਮ। ਇਹਨਾਂ ਰਾਹੀਂ ਅਸੀਂ ਆਪਣੇ ਪ੍ਰੋਸੈਸਰ ਜਾਂ CPU ਤੱਕ ਜਿਹੜੀ ਇਨਪੁਟ ਹੈ ਉਹ ਪਹੁੰਚਾ ਸਕਦੇ ਹਾਂ। ਉਸ ਤੋਂ ਬਾਅਦ ਹੈ ਪ੍ਰੋਸੈਸਿੰਗ। ਕੰਪਿਊਟਰ ਵੱਲੋਂ ਹਾਰਡਵੇਅਰ ਅਤੇ ਸੌਫਟਵੇਅਰ ਦੀ ਸਹਾਇਤਾ ਨਾਲ ਕੀਤੀ ਜਾਣ ਵਾਲੀ ਪ੍ਰੋਸੈਸਿੰਗ, ਜਿਸ ਦੇ ਕਰਕੇ ਨਤੀਜਾ ਪ੍ਰਾਪਤ ਹੁੰਦਾ ਹੈ, ਉਸ ਪ੍ਰਕਿਰਿਆ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ। ਕੰਪਿਊਟਰ ਸਿਸਟਮ ਵਿੱਚ ਜਿਹੜੀ ਪ੍ਰੋਸੈਸਿੰਗ ਹੈ ਉਹ ਪ੍ਰੋਸੈਸਰ, ਜਿਹਨੂੰ ਆਪਾਂ CPU ਕਹਿ ਦਿੰਦੇ ਹਾਂ, ਇਹਨਾਂ ਵੱਲੋਂ ਕੀਤੀ ਜਾਂਦੀ ਹੈ। ਤੀਸਰਾ ਹੈ ਆਉਟਪੁੱਟ। ਕੰਪਿਊਟਰ ਵੱਲੋਂ ਪ੍ਰਾਪਤ ਪਰਿਣਾਮ ਨੂੰ ਆਉਟਪੁੱਟ ਜਾਂ ਨਤੀਜਾ ਕਿਹਾ ਜਾਂਦਾ ਹੈ। ਆਉਟਪੁੱਟ ਯੰਤਰ ਸਾਡੇ ਕੋਲ ਹੁੰਦੇ ਆ ਮੋਨੀਟਰ ਜਾਂ ਪ੍ਰਿੰਟਰ। ਮੋਨੀਟਰ ਸਾਨੂੰ ਜੋ ਵੀ ਆਪਾਂ ਕੰਮ ਨਾਲ ਕਰ ਰਹੇ ਹੁੰਦੇ ਹਾਂ ਉਸ ਦੀ ਜਿਹੜੀ ਆਉਟਪੁੱਟ ਹੈ ਉਹ ਸਾਨੂੰ ਸਕਰੀਨ 'ਤੇ ਸ਼ੋ ਹੁੰਦੀ ਹੈ, ਜਿਸ ਨੂੰ ਆਪਾਂ ਮੋਨੀਟਰ ਕਹਿੰਦੇ ਹਾਂ। ਜਾਂ ਅਸੀਂ ਉਸ ਆਉਟਪੁੱਟ ਨੂੰ ਕਿਸੇ ਪੇਪਰ 'ਤੇ ਪ੍ਰਿੰਟਰ ਦੀ ਮਦਦ ਨਾਲ ਸੇਵ ਵੀ ਕਰ ਸਕਦੇ ਹਾਂ। ਚੌਥਾ ਸਾਡੇ ਕੋਲ ਹੈ ਸਟੋਰੇਜ। ਵੱਖ-ਵੱਖ ਸਟੋਰੇਜ ਯੰਤਰ ਜਿਵੇਂ ਕਿ ਹਾਰਡ ਡਿਸਕ, ਪੈਨ ਡਰਾਈਵ, ਆਪਟੀਕਲ ਡਿਸਕ ਦੀ ਵਰਤੋਂ ਕਰਕੇ ਅਸੀਂ ਨਤੀਜੇ ਜਾਂ ਰਿਜ਼ਲਟ ਨੂੰ ਸੁਰੱਖਿਅਤ ਰੱਖਣ ਲਈ ਇਹਨਾਂ ਮਾਧਿਅਮ ਰਾਹੀਂ ਸੇਵ ਕਰ ਲੈਂਦੇ ਹਾਂ। ਇਸ ਪ੍ਰਕਿਰਿਆ ਨੂੰ ਸਟੋਰੇਜ ਕਹਿੰਦੇ ਹਾਂ, ਤਾਂ ਕਿ ਭਵਿੱਖ ਵਿੱਚ ਜਦੋਂ ਵੀ ਸਾਨੂੰ ਇਸ ਆਉਟਪੁੱਟ ਜਾਂ ਨਤੀਜੇ ਦੀ ਲੋੜ ਹੋਵੇ ਤੇ ਅਸੀਂ ਇਸ ਸਟੋਰੇਜ ਵਿੱਚੋਂ ਉਸ ਰਿਪੋਰਟ ਨੂੰ ਵੇਖ ਸਕੀਏ। ਅੱਗੇ ਅਸੀਂ ਹੁਣ ਪੜਾਂਗੇ ਅਸੀਂ ਕੰਪਿਊਟਰ ਤੇ ਕੀ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਹੈ ਗਣਿਤਿਕ ਗਣਨਾਵਾਂ ਕਰ ਸਕਦੇ ਹਾਂ। ਕੰਪਿਊਟਰ ਦੇ ਵਿੱਚ ਅਸੀਂ ਅਰਥਮੈਟਿਕ ਗਣਨਾਵਾਂ ਜਿਵੇਂ ਕਿ ਜਮਾ, ਘਟਾਓ, ਭਾਗ, ਉਸ ਤੋਂ ਇਲਾਵਾ ਲੌਜੀਕਲੀ ਗਣਨਾਵਾਂ ਅਤੇ ਸਾਇੰਟੀਫਿਕ ਗਣਨਾਵਾਂ ਕਰਵਾਈਆਂ ਜਾ ਸਕਦੀਆਂ ਹਨ। ਦੂਸਰਾ ਹੈ ਕਿਸੇ ਅੱਖਰ ਦੇ ਸਪੈਲਿੰਗ ਚੈੱਕ ਕਰ ਸਕਦੇ ਹਾਂ। ਅਸੀਂ ਕੰਪਿਊਟਰ ਦੇ ਵਿੱਚ MS ਵਰਡ ਨਾਮ ਦੀ ਐਪਲੀਕੇਸ਼ਨ ਰਾਹੀਂ ਜੇ ਅਸੀਂ ਕੋਈ ਅੱਖਰ ਟਾਈਪ ਕਰ ਰਹੇ ਹਾਂ ਅਤੇ ਉਸ ਦੇ ਅੱਖਰ ਵਿੱਚੋਂ ਕੋਈ ਅੱਖਰ ਜਿਹੜਾ ਉਹ ਛੁੱਟ ਜਾਂਦਾ ਹੈ, ਤਾਂ ਕੰਪਿਊਟਰ ਸਾਨੂੰ ਦੱਸਦਾ ਹੈ ਵੀ ਕਿਸ ਅੱਖਰ, ਔਰ ਕੰਪਿਊਟਰ ਉਸ ਅੱਖਰ ਥੱਲੇ ਇੱਕ ਲਾਲ ਕਲਰ ਦੀ ਲਾਈਨ ਲਗਾ ਦਿੰਦਾ ਹੈ, ਜਿਸਦਾ ਮਤਲਬ ਇਹ ਹੈ ਕਿ ਜੋ ਆਪਾਂ ਅੱਖਰ ਟਾਈਪ ਕੀਤਾ ਹੈ ਉਹ ਸਪੈਲਿੰਗ ਦੇ ਤੌਰ 'ਤੇ ਉਹ ਗਲਤ ਹੈ। ਤੀਸਰਾ, ਕੰਪਿਊਟਰ ਦੇ ਰਾਹੀਂ ਅਸੀਂ ਤਸਵੀਰਾਂ ਬਣਾ ਸਕਦੇ ਹਾਂ। MS ਪੇਂਟ ਦੀ ਵਰਤੋਂ ਕਰਕੇ ਅਤੇ ਉਸ ਵਿੱਚ ਵੱਖ-ਵੱਖ ਟੂਲਸ ਦੀ ਮਦਦ ਨਾਲ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਿਕਚਰ ਜਿਹੜੀ ਹੈ ਬਣਾ ਸਕਦੇ ਹਾਂ। ਚੌਥਾ ਹੈ ਅਖਬਾਰਾਂ ਅਤੇ ਕਿਤਾਬਾਂ ਛਾਪਣ ਲਈ ਕਰ ਸਕਦੇ ਹਾਂ। ਕੰਪਿਊਟਰ ਦੀ ਵਰਤੋਂ ਨਿਊਜ਼ਪੇਪਰ, ਅਖਬਾਰ, ਕਿਤਾਬਾਂ ਆਦਿ ਛਾਪਣ ਲਈ ਵੀ ਕੀਤੀ ਜਾਂਦੀ ਹੈ। ਗੇਮਾਂ ਖੇਡ ਸਕਦੇ ਹਾਂ। ਕੰਪਿਊਟਰ ਦੀ ਮਦਦ ਨਾਲ ਅਸੀਂ ਆਪਣੇ ਸਿਸਟਮ ਵਿੱਚ ਕੰਪਿਊਟਰ ਗੇਮ ਇੰਸਟਾਲ ਕਰਕੇ ਉਹਨਾਂ ਨੂੰ ਖੇਡ ਵੀ ਸਕਦੇ ਹਾਂ। ਗਾਣੇ ਸੁਣ ਅਤੇ ਫਿਲਮਾਂ ਵੇਖ ਸਕਦੇ ਹਾਂ। ਸੱਤਵਾਂ ਪੁਆਇੰਟ ਹੈਗਾ ਰੇਲਵੇ, ਬੱਸਾਂ ਅਤੇ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਤੋਂ ਪਹਿਲਾਂ ਆਪਣੀ ਸੀਟਾਂ ਰੱਖ ਵੀ ਕਰ ਸਕਦੇ ਹਾਂ। ਅਸੀਂ ਕੰਪਿਊਟਰ ਦੀ ਮਦਦ ਨਾਲ ਬਿਨਾਂ ਕਿਸੇ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ਜਾਂ ਏਅਰਪੋਰਟ 'ਤੇ ਜਾਏ ਬਿਨਾਂ ਘਰ ਬੈਠੇ ਹੀ ਕੰਪਿਊਟਰ ਦੀ ਮਦਦ ਨਾਲ ਆਨਲਾਈਨ ਆਪਾਂ ਆਪਣੀਆਂ ਟਿਕਟਾਂ ਉਹ ਰੱਖ ਵੀ ਕਰ ਸਕਦੇ ਹਾਂ। ਰੇਲਵੇ, ਬੱਸਾਂ ਅਤੇ ਹਵਾਈ ਜਹਾਜ਼ਾਂ ਦੇ ਆਉਣ ਜਾਣ ਦੇ ਸਮੇਂ ਬਾਰੇ ਪਤਾ ਕਰ ਸਕਦੇ ਹਾਂ। ਜਿਵੇਂ ਕਿ ਕਿਸੇ ਨੇ 1 ਹਫ਼ਤੇ ਜਾਂ 2 ਹਫ਼ਤੇ ਬਾਅਦ ਕਿਤੇ ਜਾਣਾ ਹੈ ਤਾਂ ਉਹ ਪਹਿਲਾਂ ਹੀ ਵੇਖ ਸਕਦਾ ਹੈ ਵੀ ਕਿਹੜੀ ਫਲਾਈਟ ਦਾ ਜਿਹੜਾ ਸਮਾਂ ਹੈ ਉਹ ਕਿੰਨੇ ਵਜੇ ਹੈ। ਉਸ ਹਿਸਾਬ ਨਾਲ ਉਹ ਆਪਣੀ ਫਲਾਈਟ ਜਾਂ ਬੱਸ ਜਿਹੜੀ ਆ ਉਹਦੀ ਬੁਕਿੰਗ ਕਰ ਸਕਦੇ ਆ। ਕਿਸੇ ਜਗ੍ਹਾ ਲਈ ਸਫ਼ਰ ਕਰਨ ਤੋਂ ਪਹਿਲਾਂ ਉਸ ਜਗ੍ਹਾ ਦੇ ਮੌਸਮ ਬਾਰੇ ਪਤਾ ਕਰ ਸਕਦੇ ਹਾਂ। ਜਿਵੇਂ ਕਿ ਅਸੀਂ ਕਿਸੇ ਹਿਲ ਸਟੇਸ਼ਨ 'ਤੇ ਜਾ ਰਹੇ ਹਾਂ ਅਤੇ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਅੱਜ ਤੋਂ ਹਫ਼ਤੇ ਬਾਅਦ ਉੱਥੋਂ ਦਾ ਜਿਹੜਾ ਤਾਪਮਾਨ, ਜਿਹੜਾ ਮੌਸਮ ਆ ਉਹ ਕਿੱਦਾਂ ਦਾ ਹੋਵੇਗਾ, ਅਤੇ ਉਹ ਅਸੀਂ ਕੰਪਿਊਟਰ ਦੀ ਮਦਦ ਨਾਲ ਪਹਿਲਾਂ ਹੀ ਉਸ ਬਾਰੇ ਜਾਣਕਾਰੀ ਲੈ ਸਕਦੇ ਹਾਂ। ਇਸ ਤੋਂ ਇਲਾਵਾ ਕੰਪਿਊਟਰ ਦੀ ਵਰਤੋਂ ਸਕੂਲ ਦੀ ਰਿਪੋਰਟ, ਰਿਜ਼ਲਟ ਕਾਰਡ ਜਾਂ ਨਤੀਜਾ ਅਤੇ ਸਮਾਂ ਸਾਰਣੀ ਤਿਆਰ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈ ਅਸੀਂ ਕੰਪਿਊਟਰ ਦੀ ਮਦਦ ਨਾਲ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਦਾ ਜਿਹੜਾ ਰਸਤਾ ਹੈ ਉਹ ਲੱਭ ਸਕਦੇ ਹਾਂ। ਉਸ ਤੋਂ ਇਲਾਵਾ ਉਸ ਰਸਤੇ ਨੂੰ ਕਵਰ ਕਰਨ ਲਈ ਆਪਾਂ ਕਿਹੜੇ ਮਾਧਿਅਮ ਦੀ ਵਰਤੋਂ ਕਰ ਰਹੇ ਹਾਂ ਅਤੇ ਉਸ 'ਚ ਕਿੰਨਾ ਸਮਾਂ
ਲੱਗ ਸਕਦਾ ਹੈ, ਉਹ ਵੀ ਅਸੀਂ ਕੰਪਿਊਟਰ ਰਾਹੀਂ ਵੇਖ ਸਕਦੇ ਹਾਂ। ਬੱਚੇ, ਹੁਣ ਅਸੀਂ ਪੜ੍ਹਾਂਗੇ ਕੰਪਿਊਟਰ ਦੀ ਵਰਤੋਂ ਕਿਹੜੇ-ਕਿਹੜੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਤਾਂ ਸਭ ਤੋਂ ਪਹਿਲਾ ਪੁਆਇੰਟ ਸਾਡੇ ਕੋਲ ਸਿੱਖਿਆ ਦੇ ਖੇਤਰ ਵਿੱਚ। ਸਿੱਖਿਆ ਦੇ ਖੇਤਰ ਵਿੱਚ ਇਹ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੰਪਿਊਟਰ ਦੀ ਵਰਤੋਂ ਵਿਆਪਕ ਤੌਰ 'ਤੇ ਕੀਤੀ ਜਾਂਦੀ ਹੈ। ਅਧਿਆਪਕਾਂ ਰਾਹੀਂ ਕੰਪਿਊਟਰ ਦੀ ਵਰਤੋਂ ਉਹਨਾਂ ਦੇ ਪਾਠਕ੍ਰਮ ਦੀ ਵਿਉਂਤਬੰਦੀ ਜਾਂ ਪਲਾਨਿੰਗ, ਨਤੀਜਾ ਤਿਆਰ ਕਰਨ ਅਤੇ ਸਮਾਂ ਸਾਰਣੀ ਬਣਾਉਣ ਲਈ ਕੀਤੀ ਜਾਂਦੀ ਹੈ। ਵਿਦਿਆਰਥੀਆਂ ਵੱਲੋਂ ਕੰਪਿਊਟਰ ਦੀ ਵਰਤੋਂ ਡਰਾਇੰਗ ਕਰਨ, ਪ੍ਰੋਜੈਕਟ ਬਣਾਉਣ ਅਤੇ ਇੰਟਰਨੈਟ ਰਾਹੀਂ ਵੱਖ-ਵੱਖ ਤਰ੍ਹਾਂ ਦੀ ਸਿੱਖਿਆ ਸੰਬੰਧੀ ਸੂਚਨਾ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਅਗਲਾ ਪੁਆਇੰਟ ਹੈ ਦੂਸਰਾ, ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ। ਸਿਹਤ ਅਤੇ ਦਵਾਈਆਂ ਦੇ ਤਕਰੀਬਨ ਹਰ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਕੰਪਿਊਟਰ ਦੀ ਵਰਤੋਂ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਬਿਮਾਰੀ ਦੀ ਹਿਸਟਰੀ ਅਤੇ ਹੋਰ ਰਿਕਾਰਡ ਤਿਆਰ ਕਰਨ ਲਈ ਅਤੇ ਮਰੀਜ਼ ਦੀ ਦੇਖਰੇਖ ਅਤੇ ਬਿਮਾਰੀਆਂ ਦੀ ਜਾਂਚ ਪੜਤਾਲ ਲਈ ਵੀ ਕੀਤੀ ਜਾਂਦੀ ਹੈ। ਹਸਪਤਾਲਾਂ ਦੀ ਲੈਬੋਰੇਟਰੀ ਵਿੱਚ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਟੈਸਟ ਕਰਨ ਲਈ ਵੀ ਕੰਪਿਊਟਰਾਂ ਦੀ ਮਦਦ ਲਈ ਜਾਂਦੀ ਹੈ। ਤੀਸਰਾ ਪੁਆਇੰਟ ਹੈ ਦੁਕਾਨਾਂ ਵਿੱਚ। ਕੰਪਿਊਟਰ ਦੀ ਵਰਤੋਂ ਦੁਕਾਨਾਂ ਵਿੱਚ ਵੀ ਕੀਤੀ ਜਾਂਦੀ ਹੈ। ਇੱਕ ਦੁਕਾਨਦਾਰ ਆਪਣੀ ਦੁਕਾਨ ਵਿੱਚ ਉਪਲਬਧ ਸਮਾਨ ਦਾ ਰਿਕਾਰਡ ਕੰਪਿਊਟਰ 'ਤੇ ਤਿਆਰ ਕਰ ਸਕਦਾ ਹੈ। ਉਹ ਦੁਕਾਨ ਵਿੱਚ ਕੋਈ ਖਰੀਦ ਫਰੋਖਤ ਦਾ ਰਿਕਾਰਡ ਅਤੇ ਟੈਕਸ ਦਾ ਰਿਕਾਰਡ ਕਰਕੇ ਕੰਪਿਊਟਰ ਵਿੱਚ ਰੱਖ ਸਕਦਾ ਹੈ। ਅੱਜ ਕੱਲ੍ਹ ਕਈ ਦੁਕਾਨਦਾਰਾਂ ਵੱਲੋਂ ਕੰਪਿਊਟਰ ਰਾਹੀਂ ਖਰੀਦ ਫਰੋਖਤ ਬਿੱਲ ਵੀ ਤਿਆਰ ਕੀਤੇ ਜਾਂਦੇ ਹਨ। ਅਗਲਾ ਪੁਆਇੰਟ ਹੈ ਵਪਾਰ ਵਿੱਚ। ਕੰਪਿਊਟਰ ਵਪਾਰ ਵਿੱਚ ਵੀ ਬਹੁਤ ਮਦਦਗਾਰ ਹਨ। ਕੰਪਿਊਟਰ ਦੀ ਵਰਤੋਂ ਕਰਕੇ ਇੱਕ ਵਪਾਰੀ ਆਪਣੇ ਗਾਹਕਾਂ ਨੂੰ ਈਮੇਲ ਦੇ ਜ਼ਰੀਏ ਸੰਪਰਕ ਕਰ ਸਕਦਾ ਹੈ। ਉਹ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਗਾਹਕਾਂ ਨਾਲ ਮੀਟਿੰਗ ਕਰ ਸਕਦਾ ਹੈ। ਕੰਪਿਊਟਰ ਦੀ ਮਦਦ ਨਾਲ ਉਹ ਵਹੀ ਖਾਤਾ ਵੀ ਤਿਆਰ ਕਰ ਸਕਦਾ ਹੈ। ਪੰਜਵਾਂ ਪੁਆਇੰਟ ਹੈ ਬੈਂਕਾਂ ਵਿੱਚ। ਬੈਂਕਾਂ ਵਿੱਚ ਵੀ ਕੰਪਿਊਟਰ ਦੀ ਵਰਤੋਂ ਵਿਆਪਕ ਤੌਰ 'ਤੇ ਹੁੰਦੀ ਹੈ। ਕੰਪਿਊਟਰ ਦੀ ਮਦਦ ਨਾਲ ਬੈਂਕ ਦੇ ਗਾਹਕਾਂ ਦਾ ਰਿਕਾਰਡ ਅਤੇ ਉਹਨਾਂ ਦੇ ਖਾਤੇ ਤਿਆਰ ਕੀਤੇ ਜਾਂਦੇ ਹਨ। ਸਾਰੇ ਬੈਂਕ ATM ਦੀ ਸਹੂਲਤ ਮੁਹੱਈਆ ਕਰਾਉਂਦੇ ਹਨ। ਗਾਹਕ ATM ਦੀ ਵਰਤੋਂ ਕਰਦੇ ਹੋਏ ਕਿਸੇ ਵੀ ਬੈਂਕ ਦੀ ATM ਮਸ਼ੀਨ ਰਾਹੀਂ ਕਿਸੇ ਵੀ ਵੇਲੇ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਅਤੇ ਕਢਵਾ ਸਕਦੇ ਹਨ। ਮਨੋਰੰਜਨ ਦੇ ਖੇਤਰ ਵਿੱਚ ਕੰਪਿਊਟਰ ਸਾਡੇ ਮਨੋਰੰਜਨ ਵਿੱਚ ਵੀ ਬਹੁਤ ਮਦਦਗਾਰ ਹੁੰਦਾ ਹੈ। ਕੰਪਿਊਟਰ ਦੀ ਮਦਦ ਨਾਲ ਇੱਕ ਡਿਜ਼ਾਈਨਰ ਮੂਵੀ ਵਿੱਚ ਖਾਸ ਪ੍ਰਭਾਵ ਦੇ ਸਕਦਾ ਹੈ। ਕੰਪਿਊਟਰ ਦੀ ਮਦਦ ਨਾਲ ਕਾਲਪਨਿਕ ਕਿਰਦਾਰ ਜਿਵੇਂ ਕਿ ਕਾਰਟੂਨ, ਮੂਵੀਜ਼, ਫਿਲਮਾਂ, ਵਪਾਰਕ ਇਸ਼ਤਿਹਾਰ ਬਣਾਉਣ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਸੱਤਵਾਂ ਪੁਆਇੰਟ ਹੈ ਵੱਖ-ਵੱਖ ਸਰਕਾਰੀ ਖੇਤਰਾਂ ਵਿੱਚ। ਸਰਕਾਰ ਦੇ ਕਈ ਵਿਭਾਗ ਕੰਪਿਊਟਰ ਦੀ ਵਰਤੋਂ ਉਹਨਾਂ ਦੀ ਵਿਭਾਗੀ ਯੋਜਨਾਬੰਦੀ, ਨਿਯੰਤਰਣ ਅਤੇ ਕਾਨੂੰਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਰਦੇ ਹਨ। ਕੰਪਿਊਟਰ ਦੀ ਵਰਤੋਂ ਟ੍ਰੈਫਿਕ, ਸੈਰ ਸਪਾਟਾ, ਸੂਚਨਾ ਅਤੇ ਬ੍ਰੌਡਕਾਸਟਿੰਗ, ਸਿੱਖਿਆ, ਫੌਜ, ਏਵੀਏਸ਼ਨ ਅਤੇ ਹੋਰਨਾਂ ਕਈ ਖੇਤਰਾਂ ਵਿੱਚ ਹੁੰਦੀ ਹੈ। ਲਾਸਟ ਪੁਆਇੰਟ ਹੈ ਖੇਡਾਂ ਵਿੱਚ। ਕੰਪਿਊਟਰ ਦੀ ਵਰਤੋਂ ਖੇਡਾਂ ਵਿੱਚ ਵੀ ਹੁੰਦੀ ਹੈ। ਕ੍ਰਿਕਟ ਵਿੱਚ ਕੁਝ ਸਕੋਰਬੋਰਡ ਮਨੁੱਖ ਰਾਹੀਂ ਤਬਦੀਲ ਕੀਤੇ ਜਾਂਦੇ ਸਨ, ਪਰ ਅੱਜ ਕੱਲ੍ਹ ਬਹੁਤੀਆਂ ਪ੍ਰੋਫੈਸ਼ਨਲ ਖੇਡਾਂ ਵਿੱਚ ਬਹੁਤ ਆਧੁਨਿਕ ਸਕੋਰਬੋਰਡ ਆ ਗਏ ਹਨ, ਜੋ ਕਿ ਕੰਪਿਊਟਰ ਵਿੱਚ ਕੋਈ ਵੀ ਸੂਚਨਾ ਦਾਖਲ ਕਰਦਿਆਂ ਹੀ ਸਕੋਰ ਅਤੇ ਸੂਚਨਾ ਨੂੰ ਤੁਰੰਤ ਸਕੋਰਬੋਰਡ ਉੱਪਰ ਅਪਡੇਟ ਕਰ ਦਿੰਦੇ ਹਨ ਅਤੇ ਦਰਸ਼ਕਾਂ ਨੂੰ ਨਤੀਜਾ ਦਿਖਾਉਂਦੇ ਹਨ। ਹੁਣ ਅਸੀਂ ਪੜ੍ਹਾਂਗੇ ਕੰਪਿਊਟਰ ਦੀਆਂ ਕੀ ਵਿਸ਼ੇਸ਼ਤਾਵਾਂ ਹਨ। ਪਹਿਲੀ ਵਿਸ਼ੇਸ਼ਤਾ ਸਾਡੇ ਕੋਲ ਹੈ ਰਫ਼ਤਾਰ। ਰਫ਼ਤਾਰ ਕੰਪਿਊਟਰ ਦੀ ਕੰਮ ਕਰਨ ਦੀ ਸਪੀਡ ਬਹੁਤ ਜ਼ਿਆਦਾ ਹੈ। ਇਹ ਲੱਖਾਂ ਹਦਾਇਤਾਂ ਨੂੰ ਕੇਵਲ 1 ਸੈਕਿੰਡ ਵਿੱਚ ਹੀ ਪ੍ਰੋਸੈਸ ਕਰ ਸਕਦਾ ਹੈ। ਇਸ ਦੀ ਡਾਟਾ ਪ੍ਰੋਸੈਸ ਕਰਨ ਦੀ ਗਤੀ ਨੂੰ ਮਾਈਕਰੋ ਸੈਕਿੰਡ, ਨੈਨੋ ਸੈਕਿੰਡ ਅਤੇ ਪਿਕੋ ਸੈਕਿੰਡ ਵਿੱਚ ਮਾਪਿਆ ਜਾਂਦਾ ਹੈ। ਆਮ ਤੌਰ 'ਤੇ ਪ੍ਰੋਸੈਸਰ ਇੱਕ ਯੂਨਿਟ ਦੀ ਗਤੀ 10 ਲੱਖ ਨਿਰਦੇਸ਼ ਪ੍ਰਤੀ ਸੈਕਿੰਡ ਯਾਨੀ ਕਿ ਮਿਲੀਅਨ ਇੰਸਟਰਕਸ਼ਨ ਪਰ ਸੈਕਿੰਡ ਹੁੰਦੀ ਹੈ। ਇਸ ਮਸ਼ੀਨ ਦੀ ਖੋਜ ਤੇਜ਼ ਗਣਨਾਵਾਂ ਕਰਨ ਲਈ ਕੀਤੀ ਗਈ ਹੈ। ਅਗਲਾ ਪੁਆਇੰਟ ਹੈ ਸ਼ੁੱਧਤਾ। ਕੰਪਿਊਟਰ ਦੀ ਕੰਮ ਕਰਨ ਦੀ ਸ਼ੁੱਧਤਾ ਦਾ ਮਾਪਦੰਡ ਬਹੁਤ ਉੱਚਾ ਹੈ ਅਤੇ ਇਹ ਹਰ ਗਣਨਾ ਨੂੰ ਉਸ ਮਾਪਦੰਡ ਨਾਲ ਹੀ ਕਰਦਾ ਹੈ। ਕੰਪਿਊਟਰ ਦੇ ਕੰਮ ਵਿੱਚ ਗਲਤੀਆਂ ਮਨੁੱਖ ਵੱਲੋਂ ਗਲਤ ਡਾਟਾ ਅਤੇ ਹਦਾਇਤਾਂ ਦਾਖਲ ਕਰਨ ਨਾਲ ਹੀ ਹੁੰਦੀਆਂ ਹਨ।
ਕਿਉਂਕਿ ਜਿਸ ਤਰ੍ਹਾਂ ਡਾਟਾ ਜਾਂ ਹਦਾਇਤਾਂ ਕੰਪਿਊਟਰ ਨੂੰ ਦਿੱਤੀਆਂ ਜਾਂਦੀਆਂ ਹਨ, ਇਹ ਉਸ ਤਰ੍ਹਾਂ ਦਾ ਹੀ ਨਤੀਜਾ ਜਾਂ ਆਉਟਪੁੱਟ ਦਿੰਦਾ ਹੈ। ਤੀਸਰਾ ਪੁਆਇੰਟ ਹੈ ਇਕਾਗਰਤਾ। ਕੰਪਿਊਟਰ ਨੂੰ ਕੋਈ ਵੀ ਥਕਾਵਟ, ਧਿਆਨ ਭਟਕਣਾ ਅਤੇ ਕੰਮ ਦਾ ਬੋਝ ਆਦਿ ਮਹਿਸੂਸ ਨਹੀਂ ਹੁੰਦਾ। ਇਹ ਬਿਨਾਂ ਕੋਈ ਗਲਤੀ ਕੀਤਿਆਂ ਘੰਟਿਆਂ ਬੱਧੀ ਕੰਮ ਕਰ ਸਕਦਾ ਹੈ। ਬਹੁਗੁਣਤਾ। ਬਹੁਗੁਣਤਾ ਤੋਂ ਭਾਵ ਹੈ ਕਿ ਇੱਕੋ ਸਮੇਂ ਦੌਰਾਨ ਵੱਖ-ਵੱਖ ਕੰਮਾਂ ਨੂੰ ਪੂਰਾ ਕਰਨ ਦੀ ਸਮਰੱਥਾ। ਜਦੋਂ ਅਸੀਂ ਕੰਪਿਊਟਰ ਦੀ ਵਰਤੋਂ ਗਣਨਾਵਾਂ ਕਰਨ ਲਈ ਕਰ ਰਹੇ ਹੁੰਦੇ ਹਾਂ, ਉਸੇ ਸਮੇਂ ਹੀ ਅਸੀਂ ਕੰਪਿਊਟਰ ਦੀ ਵਰਤੋਂ ਵਸਤਾਂ ਜਾਂ ਰਿਕਾਰਡ ਬਣਾਉਣ ਅਤੇ ਖਰੀਦ ਫਰੋਖਤ ਦੇ ਬਿੱਲ ਬਣਾਉਣ ਲਈ ਵੀ ਕਰ ਸਕਦੇ ਹਾਂ ਅਤੇ ਨਾਲ ਹੀ ਗਾਣੇ ਵੀ ਸੁਣ ਸਕਦੇ ਹਾਂ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਟਾਈਮ 'ਤੇ ਅਸੀਂ ਇੱਕ ਤੋਂ ਜ਼ਿਆਦਾ ਕੰਮ ਕੰਪਿਊਟਰ ਤੋਂ ਕਰਵਾ ਸਕਦੇ ਹਾਂ। ਅਗਲਾ ਪੁਆਇੰਟ ਆ ਆਟੋਮੇਸ਼ਨ। ਜੇਕਰ ਇੱਕ ਵਾਰ ਕੰਪਿਊਟਰ ਨੂੰ ਕੋਈ ਹਦਾਇਤ ਦਿੱਤੀ ਜਾਵੇ ਤਾਂ ਇਹ ਮਨੁੱਖ ਦੀ ਦਖਲਅੰਦਾਜ਼ੀ ਤੋਂ ਬਿਨਾਂ ਉਸ ਹਦਾਇਤ 'ਤੇ ਕੰਮ ਕਰਦਾ ਰਹਿੰਦਾ ਹੈ। ਇਹ ਹਦਾਇਤ ਦੀ ਪੂਰਤੀ ਹੋਣ ਤੱਕ ਕੰਮ ਕਰਦਾ ਹੈ। ਜਦ ਇਸ ਨੂੰ ਹਦਾਇਤ ਨੂੰ ਖਤਮ ਕਰਨ ਲਈ ਕੋਈ ਲੌਜੀਕਲ ਹਦਾਇਤ ਦਿੱਤੀ ਜਾਂਦੀ ਹੈ ਤਾਂ ਇਹ ਉਕਤ ਪ੍ਰੋਗਰਾਮ ਨੂੰ ਖਤਮ ਕਰ ਦਿੰਦਾ ਹੈ। ਭੰਡਾਰਨ ਸਮਰੱਥਾ, ਜਿਸ ਨੂੰ ਆਪਾਂ ਸਟੋਰੇਜ ਵੀ ਕਹਿੰਦੇ ਹਾਂ। ਕੰਪਿਊਟਰ ਦੀ ਆਪਣੀ ਮੈਮਰੀ ਜਾਂ ਯਾਦਦਾਸ਼ਤ ਹੁੰਦੀ ਹੈ, ਜਿੱਥੇ ਇਹ ਡਾਟਾ ਨੂੰ ਸਟੋਰ ਕਰ ਸਕਦਾ ਹੈ। ਇਸ ਡਾਟਾ ਨੂੰ ਜ਼ਰੂਰਤ ਅਨੁਸਾਰ ਸੈਕੰਡਰੀ ਸਟੋਰੇਜ ਉਪਕਰਨ ਜਿਵੇਂ ਕਿ CD, DVD, ਪੈਨ ਡਰਾਈਵ ਦੀ ਵਰਤੋਂ ਨਾਲ ਕਿਸੇ ਹੋਰ ਕੰਪਿਊਟਰ ਵਿੱਚ ਵੀ ਲਿਜਾਇਆ ਜਾ ਸਕਦਾ ਹੈ, ਉੱਥੇ ਵੀ ਉਸ ਡਾਟੇ ਨੂੰ ਸੇਵ ਕੀਤਾ ਜਾ ਸਕਦਾ ਹੈ। ਹੁਣ ਅਸੀਂ ਕੰਪਿਊਟਰ ਦੀਆਂ ਸੀਮਾਵਾਂ ਜਾਂ ਖਾਮੀਆਂ ਬਾਰੇ ਜਾਣਾਂਗੇ। ਪਹਿਲਾ ਪੁਆਇੰਟ ਹੈ ਕੰਪਿਊਟਰ ਆਪਣੇ ਆਪ ਕੋਈ ਵੀ ਸੂਚਨਾ ਤਿਆਰ ਨਹੀਂ ਕਰ ਸਕਦਾ। ਇਸ ਤੋਂ ਭਾਵ ਹੈ ਜਦੋਂ ਤੱਕ ਅਸੀਂ ਕੰਪਿਊਟਰ ਨੂੰ ਕੋਈ ਵੀ ਕੰਮ ਜਾਂ ਕੋਈ ਵੀ ਡਾਟਾ ਨਹੀਂ ਦੇਵਾਂਗੇ, ਤਦ ਤੱਕ ਇਹ ਕੋਈ ਵੀ ਸੂਚਨਾ ਆਪਣੇ ਆਪ ਤਿਆਰ ਨਹੀਂ ਕਰ ਸਕਦਾ। ਕੰਪਿਊਟਰ ਕਿਸੇ ਗਲਤ ਹਦਾਇਤ ਨੂੰ ਸਹੀ ਨਹੀਂ ਕਰ ਸਕਦਾ। ਜੇਕਰ ਅਸੀਂ ਕੰਪਿਊਟਰ ਨੂੰ ਕੀਬੋਰਡ ਦੀ ਮਦਦ ਨਾਲ ਕੋਈ ਹਦਾਇਤ ਦੇ ਰਹੇ ਹਾਂ ਪਰ ਉਸ ਹਦਾਇਤ ਨੂੰ ਦੇਣ ਦਾ ਤਰੀਕਾ ਗਲਤ ਹੈ, ਮਤਲਬ ਕੰਪਿਊਟਰ ਵਿੱਚ ਉਸ ਹਦਾਇਤ ਦਾ ਕੋਈ ਮਤਲਬ ਨਹੀਂ ਹੈ, ਤਾਂ ਉਹ ਉਸ ਗਲਤ ਹਦਾਇਤ ਨੂੰ ਸਹੀ ਨਹੀਂ ਕਰ ਸਕਦਾ। ਕੰਪਿਊਟਰ ਕੁਝ ਵੀ ਕਰਨ ਲਈ ਆਪਣੇ ਆਪ ਕੋਈ ਫੈਸਲਾ ਨਹੀਂ ਲੈ ਸਕਦਾ। ਜੋ ਵੀ ਅਸੀਂ ਕੰਪਿਊਟਰ ਨੂੰ ਹਦਾਇਤ ਦੇਵਾਂਗੇ, ਕੰਪਿਊਟਰ ਆਪਣੀ ਯਾਦਦਾਸ਼ਤ ਵਿੱਚ ਉਹਦਾ ਨਤੀਜਾ ਲੱਭਣ ਤੋਂ ਬਾਅਦ ਉਸੇ ਮੁਤਾਬਕ ਹੀ ਕੰਮ ਕਰਦਾ ਹੈ। ਉਹ ਆਪਣੇ ਆਪ ਕੋਈ ਵੀ ਫੈਸਲਾ ਨਹੀਂ ਲੈਂਦਾ ਕਿ ਯੂਜ਼ਰ ਨੇ ਮੈਨੂੰ ਕੀ ਡਾਟਾ ਦਿੱਤਾ ਹੈ ਅਤੇ ਮੈਂ ਆਪਣੇ ਆਪ ਉਹਦੇ ਉੱਪਰ ਕੀ ਕਰਨਾ ਹੈ, ਕਿਉਂਕਿ ਕੰਪਿਊਟਰ ਨੂੰ ਬਣਾਉਣ ਦੇ ਟਾਈਮ ਹੀ ਸਾਰੀਆਂ ਹਦਾਇਤਾਂ ਇਹਦੇ ਵਿੱਚ ਪਾ ਦਿੱਤੀਆਂ ਜਾਂਦੀਆਂ ਹਨ ਕਿ ਕਿਸ ਹਦਾਇਤ ਨਾਲ ਉਸਨੇ ਕਿਸ ਤਰ੍ਹਾਂ ਨਾਲ ਜਵਾਬ ਦੇਣਾ ਹੁੰਦਾ ਹੈ। ਕੰਪਿਊਟਰ ਨੂੰ ਜਦ ਤੱਕ ਯੂਜ਼ਰ ਵੱਲੋਂ ਕੋਈ ਹਦਾਇਤ ਨਾ ਦਿੱਤੀ ਜਾਵੇ, ਇਹ ਆਪ ਕੰਮ ਨਹੀਂ ਕਰ ਸਕਦਾ। ਇੱਕ ਮਨੁੱਖ ਦੀ ਤਰ੍ਹਾਂ ਇਸ ਦੀ ਕੋਈ ਭਾਵਨਾ ਅਤੇ ਵਿਚਾਰ ਨਹੀਂ ਹੁੰਦੇ, ਕਿਉਂਕਿ ਕੰਪਿਊਟਰ ਇੱਕ ਮਸ਼ੀਨ ਹੈ। ਇਹਨੂੰ ਆਪਾਂ ਜੋ ਕੰਮ ਦੇਵਾਂਗੇ ਇਹ ਉਹੀ ਕੰਮ ਹੀ ਕਰਦਾ ਹੈ। ਇਸ ਦੇ ਨਾ ਹੀ ਕੋਈ ਆਪਣੇ ਵਿਚਾਰ ਹੁੰਦੇ, ਨਾ ਕੋਈ ਭਾਵਨਾ ਹੁੰਦੀ ਹੈ। ਇੱਕ ਮਨੁੱਖ ਦੀ ਤਰ੍ਹਾਂ ਇਸ ਦੇ ਪਾਸ ਕੋਈ ਸਮਝ ਅਤੇ ਤਜਰਬਾ ਨਹੀਂ ਹੁੰਦਾ, ਕਿਉਂਕਿ ਕੰਪਿਊਟਰ ਵਿੱਚ ਜੋ ਪ੍ਰੋਗਰਾਮ ਜਾਂ ਸੌਫਟਵੇਅਰ ਲੋਡ ਕੀਤੇ ਗਏ ਹੁੰਦੇ ਆ ਉਹਨਾਂ ਦੇ ਮੁਤਾਬਿਕ ਕੰਮ ਕਰਦਾ ਹੈ। ਇਹ ਆਪਣੇ ਆਪ ਕੋਈ ਵੀ ਡਿਸੀਜ਼ਨ ਨਹੀਂ ਲੈਂਦਾ ਕਿ ਕਿਸ ਡਾਟੇ ਜਾਂ ਕਿਸ ਇਨਪੁਟ ਦੇ ਨਾਲ ਕੀ ਕਰਨਾ। ਹੁਣ ਅਸੀਂ ਬੱਚਿਓ ਯਾਦ ਰੱਖਣਯੋਗ ਗੱਲਾਂ ਦੀ ਇੱਕ ਵਾਰ ਫਿਰ ਦੁਹਰਾਈ ਕਰ ਲੈਂਦੇ ਹਾਂ। ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ। ਕੰਪਿਊਟਰ ਨੂੰ ਜੇਕਰ ਸਹੀ ਹਦਾਇਤਾਂ ਦਿੱਤੀਆਂ ਜਾਣ ਤਾਂ ਇਹ ਸਹੀ ਨਤੀਜਾ ਦਿੰਦਾ ਹੈ। ਕੰਪਿਊਟਰ ਕਦੇ ਵੀ ਨਹੀਂ ਥੱਕਦਾ। ਕੰਪਿਊਟਰ ਬਹੁਗੁਣਤਾ ਵਾਲੀ ਮਸ਼ੀਨ ਹੈ। ਕੰਪਿਊਟਰ ਦੇ ਪਾਸ ਕੋਈ ਸਮਝ ਅਤੇ ਤਜਰਬਾ ਨਹੀਂ ਹੁੰਦਾ। ਕੰਪਿਊਟਰ ਦੀ ਕੋਈ ਭਾਵਨਾ ਅਤੇ ਵਿਚਾਰ ਨਹੀਂ ਹੁੰਦੇ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ। ਧੰਨਵਾਦ।